ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੌਤ ਅਟਲ ਹੈ, ਇਹ ਆਪਾਂ ਸਭ ਜਾਣਦੇ ਹਾਂ। ਕਿਸੇ ਵੀ ਤਰੀਕੇ ਮੌਤ ਹੋਵੇ, ਸਭ ਦੀ ਮੌਤ ਅਵਸ਼ ਹੋਣੀ ਹੈ। ਪਰ ਕੁਝ ਲੋਕ ਆਪਣੀ ਕੁਦਰਤੀ ਮੌਤ ਨੂੰ ਉਡੀਕਦੇ ਨਹੀਂ। ਸੱਚ ਦੇ ਮਾਰਗ ਤੇ ਚੱਲਦਿਆਂ ਮੌਤ ਨੂੰ ਆਪ ਗਲੇ ਮਿਲਦੇ ਨੇ ਤਾਂ ਉਹਨਾਂ ਨੂੰ ਸ਼ਹੀਦ ਕਿਹਾ ਜਾਂਦਾ ਹੈ। ਸ਼ਹੀਦ ਦਾ ਅਰਥ, ਸ਼ਹੀਦ ਫਾਰਸੀ ਭਾਸ਼ਾ ਦਾ ਸ਼ਬਦ ਹੈ ਤੇ ਸ਼ਹੀਦ ਦਾ ਅਰਥ ਹੈ ਗਵਾਹ। ਭਾਈ ਕਾਹਨ ਸਿੰਘ ਜੀ ਨਾਭਾ ਸ਼ਹਾਦਤ ਦਾ ਅਰਥ ਸੱਚੀ ਗਵਾਹੀ, ਧਰਮ ਯੁੱਧ ਵਿੱਚ ਹੋਈ ਮੌਤ ਲਿਖਦੇ ਨੇ ਤੇ ਸ਼ਹੀਦ ਦਾ ਅਰਥ ਗਵਾਹ ਲਿਖਦੇ ਨੇ। ਧਰਮ ਪਰੰਪਰਾ ਵਿੱਚ ਸ਼ਹਾਦਤ ਦਾ ਜ਼ਿਕਰ ਸਭ ਤੋਂ ਪਹਿਲਾਂ ਯਹੂਦੀ ਧਰਮ ਵਿੱਚ ਮਿਲਦਾ ਹੈ। ਯਹੂਦੀ ਧਰਮ ਵਿੱਚ ਸ਼ਹੀਦ ਆਪਣੇ ਧਰਮ ਤੇ ਧਰਮ ਦੇ ਲੋਕਾਂ ਤੱਕ ਸੀਮਤ ਹੈ। ਈਸਾਈ ਧਰਮ ਦੇ ਵਿੱਚ ਸ਼ਹੀਦ ਉਸ ਨੂੰ ਮੰਨਿਆ ਜਾਂਦਾ ਹੈ ਜੋ ਧਰਮ ਨੂੰ ਛੱਡਣ ਦੀ ਬਜਾਏ ਮੌਤ ਨੂੰ ਕਬੂਲ ਕਰਦਾ ਹੈ। ਇਸਲਾਮ ਵਿੱਚ ਸ਼ਹੀਦ ਦਾ ਦਰਜਾ ਬਹੁਤ ਉੱਚਾ ਹੈ। ਧਰਮ ਯੁੱਧ ਕਰਦੇ ਆ, ਜਦੋਂ ਖੂਨ ਦਾ ਪਹਿਲਾ ਕਤਰਾ ਡਿੱਗਦਾ ਹੈ ਨਾ, ਤਾਂ ਇਹ ਮੰਨ ਲਿਆ ਜਾਂਦਾ ਹੈ ਕਿ ਉਸ ਦੇ ਸਾਰੇ ਗੁਨਾਹ ਮਾਫ ਹੋ ਗਏ, ਉਸ ਨੂੰ ਵਹਿਸ਼ਤ ਵਿੱਚ ਸਥਾਨ ਪ੍ਰਾਪਤ ਹੋ ਗਿਆ ਤੇ ਸਿਰ ਤੇ ਤਾਜ ਸਜ ਗਿਆ। ਭਾਰਤੀ ਧਰਮ ਪਰੰਪਰਾ ਵਿੱਚ ਬਲੀਦਾਨ ਮਿਲਦਾ ਹੈ, ਕੁਰਬਾਨੀ ਦਾ ਲਫ਼ਜ਼ ਮਿਲਦਾ ਹੈ, ਪਰ ਸ਼ਹਾਦਤ ਦਾ ਲਫ਼ਜ਼ ਕਿਤੇ ਨਹੀਂ ਮਿਲਦਾ। ਭਾਰਤੀ ਧਰਮ ਪਰੰਪਰਾ ਵਿੱਚ ਪਹਿਲੀ ਵਾਰ ਸ਼ਹਾਦਤ ਸਿੱਖ ਧਰਮ ਵਿੱਚ ਇਸਤੇਮਾਲ ਕੀਤਾ ਗਿਆ ਸ਼ਬਦ। ਸ਼ਹੀਦੀ ਪਰੰਪਰਾ ਦੀ ਸ਼ੁਰੂਆਤ ਸਿੱਖ ਧਰਮ ਦੇ ਵਿੱਚ ਹੋਈ ਹੈ। ਸਿੱਖ ਧਰਮ ਨੂੰ, ਸਿੱਖ ਕੌਮ ਨੂੰ ਸ਼ਹੀਦਾਂ ਦਾ ਧਰਮ, ਸ਼ਹੀਦਾਂ ਦੀ ਕੌਮ ਕਿਹਾ ਗਿਆ। ਸ਼ਹਾਦਤ ਦੀ ਆਰੰਭਤਾ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਕੀਤੀ ਹੈ। ਸਨ 1606 ਦੇ ਵਿੱਚ ਉਸ ਵਕਤ ਦੇ ਹਾਕਮ ਜਹਾਂਗੀਰ ਦੇ ਹੁਕਮ ਦੇ ਨਾਲ ਆਪ ਜੀ ਨੂੰ ਲਾਹੌਰ ਸ਼ਹਿਰ ਵਿੱਚ, ਜੋ ਇਸ ਵਕਤ ਪਾਕਿਸਤਾਨ ਵਿੱਚ ਹੈ, ਲਾਹੌਰ ਸ਼ਹਿਰ ਵਿੱਚ ਰਾਵੀ ਦਰਿਆ ਦੇ ਕੰਢੇ ਤੇ ਸ਼ਹੀਦ ਕੀਤਾ ਗਿਆ। ਉਸ ਵਕਤ ਇੱਕ ਕਾਨੂੰਨ ਯਾਸਾ ਦਾ ਚੱਲਦਾ ਸੀ। ਗੁਰੂ ਸਾਹਿਬ ਦੀ ਸ਼ਹਾਦਤ ਯਾਸਾ ਦੇ ਕਾਨੂੰਨ ਦੇ ਅਧੀਨ ਕੀਤੀ ਗਈ। ਯਾਸਾ ਦੇ ਕਾਨੂੰਨ ਦਾ ਭਾਵ ਇਹ ਹੈ ਕਿ ਜਿਸ ਨੂੰ ਸ਼ਹੀਦ ਕਰਨਾ ਹੈ, ਉਸ ਦੇ ਸਰੀਰ ਵਿੱਚੋਂ ਖੂਨ ਦਾ ਕੋਈ ਤੁਪਕਾ ਨਹੀਂ ਡਿੱਗਣਾ ਚਾਹੀਦਾ। ਇਸੇ ਲਈ ਪਾਤਸ਼ਾਹ ਨੂੰ ਪਹਿਲਾਂ ਤਤੀ ਤਵੀ ਤੇ ਬਿਠਾਇਆ ਗਿਆ, ਸਰੀਰ ਤੇ ਤੱਤਾ ਰੇਤਾ ਪਾਇਆ ਗਿਆ, ਪਾਣੀ ਵਿੱਚ ਉਬਾਲਿਆ ਗਿਆ ਤੇ ਬਾਅਦ ਵਿੱਚ ਇੰਨੇ ਤਸੀਹਾਂ ਤੋਂ ਬਾਅਦ ਇਸ ਗਰਮੀ ਦੇ ਮੌਸਮ ਦੇ ਵਿੱਚ ਰਾਵੀ ਦਰਿਆ ਵਿੱਚ ਰੋੜ ਦਿੱਤਾ ਗਿਆ। ਆਪਾਂ ਬੜੀ ਆਸਾਨੀ ਨਾਲ ਗੱਲ ਕਰ ਲੈਂਦੇ ਹਾਂ, ਸੁਣ ਵੀ ਲੈਂਦੇ ਹਾਂ, ਬੋਲ ਵੀ ਲੈਂਦੇ ਹਾਂ ਕਿ ਗੁਰੂ ਸਾਹਿਬ ਨੂੰ ਤਤੀ ਤਵੀ ਤੇ ਬਿਠਾ ਦਿੱਤਾ ਗਿਆ। ਕਦੇ ਮਹਿਸੂਸ ਕਰਕੇ ਦੇਖੀਏ, ਜਿਹੜੀਆਂ ਮਾਤਾਵਾਂ ਭੈਣਾਂ ਰਸੋਈ ਦੇ ਵਿੱਚ ਕੰਮ ਕਰਦੀਆਂ ਨੇ, ਕਿਤੇ ਇੱਕ ਉਂਗਲ ਤਵੇ ਨਾਲ ਲੱਗ ਜਾਏ ਤੇ ਕਿੰਨੀ ਦਰਦ, ਕਿੰਨੀ ਤਕਲੀਫ ਹੁੰਦੀ ਹੈ। ਪਰ ਪਾਤਸ਼ਾਹ ਤਤੀ ਤਵੀ ਤੇ ਬੈਠ ਕੇ ਵੀ ਸ਼ਾਂਤ ਨੇ, ਅਡੋਲ ਨੇ। ਇਹ ਗੁਰਬਾਣੀ ਪੜ੍ਹ ਰਹੇ ਨੇ, ਤੇਰਾ ਕੀਆ ਮੀਠਾ ਲਾਗਾ, ਉਸ ਪਰਮਾਤਮਾ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਰਹੇ, ਉਸ ਪਰਮਾਤਮਾ ਦੇ ਹੁਕਮ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਰਹੇ। ਗੁਰੂ ਸਾਹਿਬ ਦੀ ਸ਼ਹਾਦਤ ਦੇ ਕਾਰਨ ਕੀ ਨੇ? ਗੁਰੂ ਸਾਹਿਬ 43 ਸਾਲ ਦੀ ਉਮਰ ਦੇ ਨੇ ਕੇਵਲ ਜਦੋਂ ਆਪ ਜੀ ਦੀ ਸ਼ਹਾਦਤ ਹੋਈ ਹੈ, ਔਰ ਆਪ ਜੀ ਨੇ 25 ਸਾਲ ਸਿੱਖ ਧਰਮ ਦੀ ਗੁਰੂ ਰੂਪ ਰਹਿ ਕੇ ਅਗਵਾਈ ਕੀਤੀ। ਔਰ ਇਹਨਾਂ 25 ਸਾਲਾਂ ਵਿੱਚ
पंचम पातशाह के समय सिख धर्म की बहुत प्रफुल्लता हुई है। दरबार साहब की इमारत सरोवर दे विच सरोवर गुरु रामदास महाराज ने बनवाया सी। दरबार साहब की इमारत कायम की पातशाह ने। उस तो इलावा गुरु साहिबान की भगत साहिबान की बाणी जो आप जी कोल मौजूद सी, पट साहिबान की बाणी, गुरसिखां की बाणी नूं इकत्तर करके आदि बीड़ की संपादना की और उस आदि बीड़ नूं उस दरबार साहब दे विच प्रकाशमान किया। शब्द दे नाल जोड़न दा उपराला तो धन गुरु नानक देव महाराज ने आरंभ कर दिता सी, पर पंचम पातशाह ने इस सारी बाड़ी नूं तरतीब दे के ते सिखां नूं इस शब्द दे नाल जुड़न दा होर वड्डा उत्साह बख्शिया। वखरे वखरे शहर वसाए, तरन तारण साहब, करतारपुर सिੱਖੀ ਦਾ ਕੇਂਦਰ ਬਣਿਆ, हरगोबिंदपुर शहर वसाया। बड़ी सारी आम लोकाई, आम लोग ਜਿਹੜੇ परेशान सन वो गुरु साहब ਦੇ ਨਾਲ जुड़ते हैं, क्योंकि वो वेखते हैं कि गुरु साहब ਦੇ जीवन ਨੂੰ गुरु साहब ਜਦੋਂ ਲਾਹੌਰ ਦੇ ਵਿੱਚ 1597 ਦੇ ਵਿੱਚ ਕਾਲ ਪਿਆ ਤੇ ਉੱਥੇ ਲੋਕਾਂ ਦੀ ਜਾ ਕੇ ਸੇਵਾ ਕਰ ਰਹੇ ਨੇ, ਜਿਵੇਂ ਅਸੀਂ ਅੱਜ ਵੇਖਦੇ ਹਾਂ। ਅੱਜ ਕਰੋਨਾ ਦੀ ਬਿਮਾਰੀ ਦੇ ਕਾਰਨ ਗੁਰੂ ਕੇ ਸਿੱਖ ਕਿਵੇਂ ਸੇਵਾ ਵਿੱਚ ਲੱਗੇ ਹੋਏ ਨੇ। ਇਹ ਗੁਰੂ ਸਾਹਿਬ ਵੱਲੋਂ ਮਿਲੀਆਂ ਬਖਸ਼ਿਸ਼ਾਂ ਨੇ ਗੁਰੂ ਦੇ ਸਿੱਖਾਂ ਉੱਤੇ, ਗੁਰੂ ਸਾਹਿਬ ਨੇ ਆਪ ਪੂਰਨੇ ਪਾਏ ਨੇ। गुरु साहब दे समय सिੱਖੀ ਦੀ इस प्रफुल्लता ਨੂੰ उस समय ਦੇ कट्टड़पंथी सह नहीं पाई। उन्होंने समय ਦੇ हाकम जो जहांगीर सी उस वेले अजे नवा नवा बादशाह बनया सी, उस दे कन्न भरे। वो भी अपने आप ਨੂੰ कट्टड़ मुसलमान ਦੇ तौर ਤੇ पेश करना चाहता सी। गुरु साहब के खिलाफ झूठी शिकायत लगाई गई कि गुरु साहब ने जहांगीर के पुत्र खुसरो, जिसने बगावत की सी अपने प्यो के खिलाफ, उसकी मदद की है। उस दे कारण उसने गुरु साहब को गिरफ्तार करवाया। गुरु साहब की विरोधता गुरु साहब के अपने भरा बाबा प्रिथी चंद जी ने भी की। उस वक्त चंदू दा जो उस सरकार दे विच एक मुलाजम सी, उसका विरोध भी सी, उसकी शिकायत भी सी, क्योंकि उसकी लड़की दे नाल जो गुरु हरगोबिंद साहब महाराज का रिश्ता तय होया सी, गुरु साहब ने संगतां दे कहण ते इनकार कर दिता सी, उसकी भी शिकायत सी। गुरु साहब दे धर्म दे प्रचार तो जिहड़े लोग नाराज सन, जिहड़े लोग खफा सन कि हुण गुरु साहब दे प्रचार कारण जिहड़े सखी सरवर सन बड़ी तेजी नाल जो वध रहे सन, उन्हां दे वड्डे वड्डे सेवक भाई मंझ जी, भाई बहलो जी वर्गे वो गुरु साहब दे नाल जुड़ गए सन, गुरु साहब दे सिख बन गए सन। और गुरु साहब ने पंजाब दे विच गुरसिੱਖੀ का एक बहुत बड़ा स्थान कायम कर दिता सी। ये सब कुछ उस समय के हाकमां कोलों जरिया नहीं गया तो गुरु साहब नूं गिरफ्तार करके जहांगीर आप लाहौर विच उन्हां दिनां विच आया सी अपने पुत्र की बगावत नूं खत्म करन दे लई। पर कुछ दिन बाद उस कोले झूठी शिकायत पहुँचा के गुरु साहब नूं गिरफ्तार करवा के तो यासा के कानून अधीन पंचम पातशाह नूं शहीद कर दिता गया। पंचम पातशाह की शहादत तो बाद सिख कौम दे विच एक नवीं लहर पैदा हुई। सूरबीरता
ਛੇਵੇਂ ਪਾਤਸ਼ਾਹ ਦੇ ਸਮੇਂ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਨੇ ਕਾਇਮ ਕੀਤਾ, ਫੌਜਾਂ ਦੀ ਭਰਤੀ ਕੀਤੀ। ਉਹਨਾਂ ਦੇ ਇਸ ਭੁਲੇਖੇ ਨੂੰ ਦੂਰ ਕਰ ਦਿੱਤਾ, ਜਿਹੜੇ ਇਸ ਕਰਕੇ ਉਹ ਸਮਝਦੇ ਸਨ ਕਿ ਕਿਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਤੋਂ ਬਾਅਦ ਹੁਣ ਸਿੱਖ ਧਰਮ ਦਾ ਖਾਤਮਾ ਹੋ ਗਿਆ ਹੈ। ਪਰ ਛੇਵੇਂ ਪਾਤਸ਼ਾਹ ਨੇ ਇੱਕ ਨਵੇਂ ਤਰੀਕੇ ਦੇ ਨਾਲ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਸਿੱਖਾਂ ਦੇ ਵਿੱਚ ਜੋਸ਼ ਭਰਿਆ, ਤੇ ਅੱਜ ਤੱਕ ਸਿੱਖ ਉਸ ਸਿਧਾਂਤ ਨੂੰ ਮੰਨਦੇ ਆ ਰਹੇ ਨੇ। ਅੱਜ ਤੱਕ ਸ਼ਹੀਦੀਆਂ ਦਿੱਤੀਆਂ ਜਾ ਰਹੀਆਂ ਨੇ। ਸ਼ਹਾਦਤ ਨੂੰ ਕੋਈ ਅਣਚਾਹੀ ਮੌਤ ਨਹੀਂ ਸਮਝਿਆ ਜਾ ਸਕਦਾ। ਇਹ ਇੱਕ ਅਜਿਹੀ ਸਿਦਕ ਸਬੂਰੀ ਹੈ ਜਿਸ ਦੁਆਰਾ ਜਾਗੀਆਂ ਰੂਹਾਂ ਤਸ਼ੱਦਦ, ਜ਼ੁਲਮ ਤੇ ਸ਼ੋਸ਼ਣ ਵਿਰੁੱਧ ਸਹਿਣਸ਼ੀਲਤਾ ਦੀ ਦਿਗਵਿਜੈ ਸਥਾਪਿਤ ਕਰਦੀਆਂ ਹਨ। ਅਸੀਂ ਇਹ ਗੱਲ ਸਮਝਣੀ ਹੈ। ਪੰਚਮ ਪਾਤਸ਼ਾਹ ਦੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਸ਼ਹੀਦੀ ਦਿਹਾੜੇ 'ਤੇ ਅਸੀਂ ਇਹੀ ਅਰਦਾਸ ਬੇਨਤੀ ਜੋਦੜੀ ਕਰਦੇ ਹਾਂ ਕਿ ਅਸੀਂ ਪਾਤਸ਼ਾਹ ਦੇ ਦਿੱਤੇ ਉਪਦੇਸ਼ਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਚਲਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।